ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਚੌਥਾ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਧਣੀ। ਜਿਨ ਜਪਿਆ ਹਰ ਮਨ ਚੀਤ, ਹਰ ਜਪ ਜਪ ਮੁਕਤ ਕਣੀ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਧਣੀ। ਜਿਨ ਜਪਿਆ ਹਰ ਮਨ ਚੀਤ, ਹਰ ਜਪ ਜਪ ਮੁਕਤ ਕਣੀ। ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ, ਤਿਨ ਕੇ ਉਜਲ ਮੁਖ ਹਰ ਦੁਆਰ। ਹੋਏ ਹਲਤ ਪਲਤ ਜਨ ਭੈ ਸੁਹੇਲੇ, ਹਰ ਰਾਖ ਲੀਏ ਰੱਖਣ ਹਾਰ। ਹਰ ਸੰਤ ਸੰਗਤ ਜਨ ਸੁਣਹੁ ਭਾਈ, ਗੁਰਮੁਖ ਹਰ ਸੇਵਾ ਸਫਲ ਬਣੀ।
ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਤਣੀ। ਹਰ ਸੰਤ ਸੰਗਤ ਜਨ ਸੁਣੋ ਭਾਈ, ਗੁਰਮੁਖ ਹਰ ਸੇਵਾ ਸਫਲ ਬਣੀ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਤਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ ਦੇ ਮਾਲਕ, ਬਾਣੀ ਕੇ ਬੋਹਿਥ ਜਾਹਰਾ ਜਹੂਰ, ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ, ਰਾਜਾਨ ਰਾਜ, ਭਾਨਾਨ ਭਾਨ, ਦੇਹਬਾਨ ਦੇਵ। ਉਪਮਾ ਮਹਾਨ, ਸਮਰੱਥ ਗੁਰੂ, ਸਰਬ ਸ਼ਕਤੀਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ, ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵਡ ਭਾਗੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ। ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ। ਸੋ ਆਪ ਜੀ ਨੇ ਕੱਲ੍ਹ ਵਾਲੀ ਵਿਚਾਰ ਦੇ ਵਿੱਚ ਸ਼ਬਦ ਦਾ ਪਹਿਲਾ ਬੰਦ ਸ਼੍ਰਵਣ ਕੀਤਾ ਸੀ, ਜਿਹਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਉਸ ਮਾਲਕ ਨੂੰ ਜਗਤ ਨੂੰ ਜੀਵਨ ਦੇਣ ਵਾਲਾ ਆਖਣਾ ਕੀਤਾ। ਉਸ ਮਾਲਕ ਨੂੰ ਜਗਦੀਸ਼ ਆਖਿਆ, ਉਸ ਮਾਲਕ ਨੂੰ ਸ੍ਰਿਸ਼ਟੀ ਦਾ ਨਾਥ ਆਖਿਆ, ਤੇ ਨਾਲ ਇਹ ਵੀ ਵਚਨ ਕੀਤੇ, ਕਹਿੰਦੇ ਪਰਮਾਤਮਾ ਤੈਨੂੰ ਉਹ ਧਿਆਉਂਦੇ ਨੇ ਜਿਨ੍ਹਾਂ ਉੱਤੇ ਤੇਰੀ ਬਖਸ਼ਿਸ਼ ਹੁੰਦੀ ਹੈ, ਜਾਂ ਜਿਨ੍ਹਾਂ ਦੇ ਮੱਥੇ ਦੇ ਲੇਖ ਲਿਖੇ ਅੰਤਰੋਂ ਦਰਗਾਹੋਂ ਲਿਖਾ ਕੇ ਆਏ ਹੁੰਦੇ ਨੇ, ਉਹ ਫਿਰ ਪਰਮਾਤਮਾ ਤੇਰਾ ਨਾਮ ਜਪਦੇ, ਤੇਰੇ ਨਾਮ ਜਪ ਕੇ ਤੇਰੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਜਿਨ ਕੋ ਤੁਰ ਹਰ ਲਿਖਿਆ ਸੁਆਮੀ, ਤਿਨ ਹਰ ਹਰ ਨਾਮ ਅਰਾਧਿਆ।
ਉਹਨਾਂ ਨੇ ਤੇਰੇ ਨਾਮ ਨੂੰ ਆਰਾਧਨਾ ਕੀਤਾ, ਉਹ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਬਣ ਜਾਂਦੇ ਹਨ। ਫਿਰ ਨਾਮ ਜਪਣ ਨਾਲ ਕੀ ਕੀ ਪ੍ਰਾਪਤ ਹੁੰਦਾ ਹੈ? ਤੇ ਸਤਿਗੁਰੂ ਕਹਿੰਦੇ ਨੇ ਜਿੰਨੇ ਵੀ ਜੀਵਨ ਕਾਲ ਦੇ ਵਿੱਚ ਜੀਵ ਨੇ ਪਾਪ ਕਰਮ ਕੀਤੇ ਨੇ, ਮਾੜੇ ਕਰਮ ਕੀਤੇ, ਭੈੜੇ ਕਰਮ ਕੀਤੇ ਹਨ, ਉਹ ਸਾਰੇ ਦੇ ਸਾਰੇ ਜਿਹੜੇ ਪਾਪ ਨੇ ਨਾ, ਉਹ ਨਾਮ ਜਪਣ ਦੇ ਨਾਲ ਇੱਕ ਖਿਣ ਮਾਤਰ ਦੇ ਸਾਰੇ ਮੁੱਕ ਜਾਂਦੇ ਹਨ। ਪਰ ਉਹ ਮੁੱਕਦੇ ਉਹਨਾਂ ਦੇ ਹਨ ਜਿਹੜੇ ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇ ਕੇ ਹਰੀ ਦੇ ਨਾਮ ਜਪਦੇ ਹਨ, ਤੇ ਇਸ ਤਰ੍ਹਾਂ ਫਿਰ ਉਹ ਜੀਵ ਧਨ ਹੋ ਜਾਂਦੇ ਹਨ। ਤੇ ਜਿਹੜੇ ਨਾਮ ਜਪਦੇ ਨੇ ਤੇ ਸਤਿਗੁਰੂ ਕਹਿੰਦੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਮੈਂ ਵੀ ਕਹਿੰਦੇ ਸਹਿਤ ਮਾਲਕ ਦੇ ਹੋ ਜਾਂਦਾ ਹਾਂ। ਅਨਾਥ ਸੀ ਤੇ ਮੇਰਾ ਹੁਣ ਮੈਂ ਸਨਾਥ ਬਣ ਗਿਆ, ਮੈਨੂੰ ਮੇਰਾ ਮਾਲਕ ਪ੍ਰਭੂ ਪਰਮਾਤਮਾ ਮਿਲ ਚੁੱਕਾ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾ ਸਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਦੂਜੇ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਧਣੀ। ਜਿਨ ਜਪਿਆ ਹਰ ਮਨ ਚੀਤ, ਹਰ ਜਪ ਜਪ ਮੁਕਤ ਕਣੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਹੇ ਪਰਮਾਤਮਾ, ਤੂੰ ਜਲਾਂ ਦੇ ਵਿੱਚ ਵੀ ਹੈ, ਤੂੰ ਥਲਾਂ ਦੇ ਵਿੱਚ ਵੀ ਹੈ। ਮਹੀਅਲ ਤੋਂ ਭਾਵ ਹੈ ਧਰਤੀ ਅਰ ਆਕਾਸ਼। ਭਾਵ ਕੋਈ ਇਹੋ ਜਿਹੀ ਥਾਂ ਨਹੀਂ ਹੈ ਜਿੱਥੇ ਤੂੰ ਨਾ ਹੋਵੇ। ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ ਤੇ ਸਾਰਿਆਂ ਦੇ ਉੱਪਰ ਸੱਚੇ ਧਣੀ ਮਾਲਕ ਵਾਹਿਗੁਰੂ ਤੇਰਾ ਹੀ ਪਸਾਰਾ ਹੈ। ਤੂੰ ਹੀ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰ ਰਿਹਾ ਹੈ। ਤੂੰ ਸਾਰਿਆਂ ਦਾ ਮਾਲਕ ਹੈ ਤੇ ਤੇਰੀ ਕਿਰਪਾ ਦੇ ਨਾਲ ਹੀ ਜੀਵ ਜਿੰਨੇ ਜੀਵ ਜੀ ਰਹੇ ਹਨ। ਤੇ ਐਡਾ ਵੱਡਾ ਮਾਲਕ ਜਿਹੜਾ ਪ੍ਰਭੂ ਹੈ, ਜਿਹੜਾ ਸਾਰੀਆਂ ਕਣ-ਕਣ ਜਿਹਦਾ ਵਾਸਾ ਹੈ, ਐਸੇ ਮਾਲਕ ਨੂੰ ਜਪ ਕੇ ਪ੍ਰਾਪਤ ਕੀ ਹੁੰਦਾ ਹੈ? ਵਾਹਿਗੁਰੂ ਨੂੰ ਜਪ ਕੇ ਪ੍ਰਾਪਤ ਕੀ ਹੁੰਦਾ ਹੈ? ਤੇ ਗੁਰੂ ਸਾਹਿਬਾਨ ਜੀ ਕਹਿੰਦੇ ਉਸ ਜੀਵ ਨੂੰ ਫਿਰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਮੁਕਤੀ ਦੇ ਬਾਬਤ ਇਹ ਬਚਨ ਕੀਤੇ ਹਨ। ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਪ੍ਰਭੂ ਦੇ ਪਿਆਰੇ ਜਦੋਂ ਵਾਹਿਗੁਰੂ ਦੇ ਗੁਣ ਗਾਇਨ ਕਰਕੇ ਵਾਹਿਗੁਰੂ ਵਿੱਚ ਅਭੇਦ ਲੀਨ ਹੋ ਜਾਂਦੇ ਨੇ ਨਾ, ਉਹਨਾਂ ਨੂੰ ਫਿਰ ਨਾਮ ਦਾ ਰਸ ਆਉਂਦਾ, ਉਸ ਸਵਾਦ ਨੂੰ, ਆਨੰਦ ਨੂੰ ਉਹ ਮਾਣਦੇ ਹਨ। ਅਭੇਦ ਹੋ ਕੇ ਫਿਰ ਉਹ ਆਖਦੇ, ਕਹਿੰਦੇ ਪ੍ਰਮਾਤਮਾ ਨਾ ਸਾਨੂੰ ਰਾਜ ਭਾਗ ਦੀ ਲੋੜ ਹੈ, ਕਿਉਂਕਿ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਉ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਕਰਕੇ ਹੇ ਪ੍ਰਮਾਤਮਾ, ਜਿਹੜੇ ਦੁਨਿਆਵੀ ਰਾਜੇ ਨੇ ਨਾ, 4 ਦਿਨ ਦੇ ਰਾਜੇ ਹਨ, ਇੱਕ ਦਿਨ ਇਹਨਾਂ ਨੇ ਖਤਮ ਹੋ ਜਾਣਾ। ਇਸ ਕਰਕੇ ਰਾਜ ਭਾਗ ਦੀ ਲੋੜ ਨਹੀਂ ਪ੍ਰਮਾਤਮਾ। ਨਾ ਹੀ ਜੀਵ ਦੀ ਦੂਜੀ ਇੱਛਾ ਹੁੰਦੀ ਹੈ ਕਿ ਮੈਂ ਮੁਕਤ ਹੋ ਜਾਵਾਂ।
ਜੇ ਆਪਾਂ ਆਪਣੇ ਜੀਵਨ ਵੱਲ ਦੇਖੀਏ ਨਾ, ਸਾਡੇ ਜੀਵਨ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਬੰਧਨ ਪਏ ਹੋਏ ਨੇ। ਸਭ ਤੋਂ ਵੱਡਾ ਬੰਧਨ ਹੈ ਜੰਮਣ ਮਰਨ ਦਾ ਬੰਧਨ, ਵਿਸ਼ਿਆਂ ਦਾ, ਵਿਕਾਰਾਂ ਦਾ ਬੰਧਨ, ਮਾਇਆ ਦੇ ਬੰਧਨ। ਇਹਨਾਂ ਬੰਧਨਾਂ ਵਿੱਚ ਖਚਿਤ ਹੋ ਕੇ ਜੀਵ ਐਸਾ ਜਕੜਿਆ ਹੋਇਆ ਹੈ, ਨਿਕਲ ਨਹੀਂ ਸਕਦਾ। ਪਰ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਨਾਮ ਜਪਣ ਲੱਗ ਪਵੇ ਜੀਵ, ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੇ, ਤੇ ਸਤਿਗੁਰੂ ਫਿਰ ਰਹਿਮਤ ਕਰਦੇ ਹਨ। ਫਿਰ ਉਹ ਜੀਵ ਬੰਧਨਾਂ ਤੋਂ ਮੁਕਤ ਹੋ ਜਾਂਦਾ, ਕਿਉਂਕਿ ਗੁਰੂ ਸਮਰੱਥ ਹੈ। ਗੁਰੂ ਸਿੱਖ ਦੇ ਬੰਧਨਾਂ ਨੂੰ ਕੱਢ ਦਿੰਦਾ ਹੈ। ਗੁਰੂ ਆਪਣੇ ਸਿੱਖ ਦੇ ਹਿਰਦੇ ਅੰਦਰ ਵਿਕਾਰ ਨਹੀਂ ਰਹਿਣ ਦਿੰਦਾ। ਇੱਥੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਕਿ ਪਰਮਾਤਮਾ ਜਿਹੜੇ ਤੇਰੇ ਸੁੰਦਰ ਕਮਲਾਂ ਵਰਗੇ ਚਰਨ ਹਨ, ਮੈਨੂੰ ਨਾ ਕਮਲਾਂ ਵਰਗੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਬਾਕੀ ਹੋਰ ਕੁਝ ਨਹੀਂ ਚਾਹੀਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬਾਨ ਜੀ ਨੂੰ ਪੁੱਛੋ। ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਵਨ ਨਰਕਿਆ ਸੁਰਗ ਵਿਚਾਰਾ, ਸੰਤਨ ਦਊ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਬੀਰ ਸਾਹਿਬਾਨ ਜੀ ਕਹਿੰਦੇ, ਕੀ ਹੈ ਨਰਕ, ਕੀ ਹੈ ਸਵਰਗ? ਕਹਿੰਦੇ ਰੱਬ ਦੇ ਪਿਆਰੇ ਸੰਤ ਜਨ, ਜਿਹੜੇ ਗੁਰਮੁਖ ਜਨ ਹਨ, ਇਹਨਾਂ ਵਿੱਚ ਨਹੀਂ ਪੈਂਦੇ। ਉਹ ਤਾਂ ਆਪਣੇ ਗੁਰੂ ਦੀ ਸਿੱਖਿਆ ਅਨੁਸਾਰ ਨਾਮ ਜਪਦੇ, ਬੰਦਗੀ ਕਰਦੇ ਹਨ। ਉਹਨਾਂ ਨੂੰ ਇਹੀ ਚਾਹੀਦਾ ਹੈ ਕਿ ਹੇ ਪਰਮਾਤਮਾ, ਬਸ ਤੇਰੇ ਨਾਲ ਸਾਡੀ ਪ੍ਰੀਤੀ ਬਣੀ ਰਵੇ। ਤੇਰੀ ਮਰਜ਼ੀ ਹੈ, ਚਾਹੇ ਤੂੰ ਸਾਨੂੰ ਸਵਰਗਾਂ ਵਿੱਚ ਰੱਖ, ਚਾਹੇ ਨਰਕਾਂ ਵਿੱਚ ਰੱਖ, ਇਹ ਤੇਰੀ ਮਰਜ਼ੀ ਹੈ। ਪਰ ਸਾਡੇ ਮਨ ਦਾ ਜਿਹੜਾ ਪ੍ਰੇਮ ਹੈ ਨਾ, ਉਹ ਭੰਗ ਨਾ ਹੋਵੇ, ਤੇ ਪ੍ਰਭੂ ਦੇ ਪਿਆਰੇ ਦਿਨ ਰਾਤ ਗੁਰੂ ਸਰੇ ਇਸ ਤਰੀਕੇ ਦੇ ਨਾਲ ਮਾਲਕ ਦੇ ਚਰਨਾਂ ਦੇ ਭੌਰੇ ਬਣੇ ਰਹਿੰਦੇ ਹਨ। ਇਸ ਕਰਕੇ ਸਤਿਗੁਰੂ ਕਹਿੰਦੇ, ਹੇ ਪਰਮਾਤਮਾ, ਤੂੰ ਜਗਤ ਨੂੰ ਜੀਵਨ ਦੇਣ ਵਾਲਾ ਹੈ। ਜਿਨ੍ਹਾਂ ਨੇ ਜਿਨ ਜਪਿਆ ਹਰ ਮਨ ਚੀਤ, ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਮਨ ਕਰਕੇ, ਚਿੱਤ ਕਰਕੇ ਜਪਣਾ ਕੀਤਾ। ਕਿਉਂਕਿ ਜਪਦੇ ਆਪਾਂ ਸਾਰੇ ਹਾਂ, ਪਰ ਸਰੀਰਕ ਤੌਰ 'ਤੇ ਸਾਡੀਆਂ ਬਹੁਤ ਤਾਦਾਦ 'ਚ ਹਾਜ਼ਰੀਆਂ ਲੱਗਦੀਆਂ ਹਨ, ਤੇ ਮਨ ਕਰਕੇ ਕਿਸੇ ਬਿਰਲੇ ਦੀ ਹਾਜ਼ਰੀ ਲੱਗਦੀ ਹੈ। ਜਿਹੜੇ ਮਨ ਕਰਕੇ ਜਪਦੇ ਨੇ, ਫਿਰ ਉਹ ਨਾਮ ਜਪ ਕੇ, ਬੰਦਗੀ ਕਰਕੇ ਉਹ ਮੁਕਤ ਹੋ ਜਾਂਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ 'ਤੇ ਸਤਿਗੁਰੂ ਵਿਰਾਜਮਾਨ ਨੇ, ਸਤਿਗੁਰੂ ਜੀ 13 ਕਰਕੇ ਸੌਦਾ ਤੋਲਦੇ ਨੇ। ਜਿਹੜਾ ਵੀ ਆਉਂਦਾ ਭੰਡਾਰੇ ਭਰ ਕੇ ਲੈ ਜਾਂਦਾ। ਇੱਥੋਂ ਤੱਕ ਜਦੋਂ ਸਤਿਗੁਰੂ ਬੇਈ ਨਦੀ 'ਚੋਂ ਬਾਹਰ ਨਿਕਲੇ ਸੀ ਨਾ, ਉਦੋਂ ਸਤਿਗੁਰੂ ਨੇ ਇੱਕ ਹੋਕਾ ਦੇਣਾ ਕੀਤਾ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹਾ ਰਾਮ ਕੇ ਪਿੰਡ ਪ੍ਰਾਣ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੋਕਾ ਦਿੱਤਾ, ਤੇ ਉਦੋਂ ਜਿਹੜੇ ਹਿੰਦੂ ਤੇ ਮੁਸਲਮਾਨ ਸਨ, ਇਹ ਸਤਿਗੁਰੂ ਨੂੰ ਕਬੂਲ ਬੋਲਣ ਲੱਗੇ। ਗੁਰਦੇਵ ਪਿਤਾ ਮਹਾਰਾਜ ਇਹਨਾਂ ਦੇ ਬੋਲਾਂ ਨੂੰ ਸੁਣਦੇ ਨੇ, ਪਰ ਸਤਿਗੁਰੂ ਅੱਗੇ ਮੁਸਕਰਾਉਂਦੇ, ਕੁਝ ਉੱਤਰ ਨਹੀਂ ਦਿੰਦੇ ਨੇ। ਇਹਨਾਂ ਹਿੰਦੂਆਂ ਤੇ ਮੁਸਲਮਾਨਾਂ ਨੇ ਜਾ ਕੇ ਨਵਾਬ ਦੌਲਤ ਖਾਂ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਦੇਖੋ ਨਵਾਬ ਜੀ, ਤੁਹਾਡਾ ਮੋਦੀ, ਜਿਹੜਾ ਤੁਹਾਡਾ ਮੋਦੀ ਖਾਨ ਨੂੰ ਸੰਭਾਲਦਾ ਨਾਨਕ ਜੀ, ਇਹਨਾਂ ਆਪਣਾ ਵੱਖਰਾ ਹੀ ਪੰਥ ਤੋਰਨਾ ਕੀਤਾ ਏ। ਉੱਚੀ ਉੱਚੀ ਹੋਕਾ ਦੇ ਰਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਕੋਲ ਸੱਦਿਆ
ਦੀਨ ਦਿਆਲੂ ਸਤਿਗੁਰੂ ਜਦੋਂ ਨਵਾਬ ਦੌਲਤ ਖਾਂ ਦੇ ਕੋਲ ਗਏ ਨੇ ਤੇ ਨਵਾਬ ਨੇ ਪੁੱਛਿਆ, ਕਹਿਣ ਲੱਗੇ ਤੁਸੀਂ ਹਿੰਦੂਆਂ ਤੇ ਮੁਸਲਮਾਨ ਧਰਮ ਦਾ ਨਿਰਾਦਰ ਕਰਦੇ ਹੋ। ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕਿਸੇ ਦਾ ਨਿਰਾਦਰ ਨਹੀਂ ਕਰਦੇ ਹਾਂ। ਕਹਿਣ ਲੱਗੇ ਫਿਰ ਜੇ ਤੁਸੀਂ ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ ਤੇ ਜੁਮੇ ਵਾਲੀ ਨਮਾਜ਼ ਸਾਡੇ ਨਾਲ ਪੜ੍ਹਨਾ ਕਰੋ। ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਠੀਕ ਹੈ ਨਵਾਬ ਜੀ, ਅਸੀਂ ਨਮਾਜ਼ ਅਦਾ ਕਰਾਂਗੇ। ਹੁਣ ਸੁਲਤਾਨਪੁਰ ਦੀ ਧਰਤੀ ਤੇ ਰੌਲਾ ਪੈ ਗਿਆ ਕਿ ਨਾਨਕੀ ਦਾ ਵੀਰ ਨਾਨਕ ਜੀ ਅੱਜ ਮੁਸਲਮਾਨ ਬਣਨ ਜਾ ਰਹੇ ਨੇ। ਘਰ ਘਰ 'ਚ ਇਹ ਜਿਹੜੀ ਖਬਰ ਹੈ ਅੱਗ ਵਾਂਗ ਫੈਲ ਰਹੀ ਹੈ। ਕਹਿੰਦੇ ਨੇ ਉਸ ਸਮੇਂ ਬੇਬੇ ਨਾਨਕੀ ਦੇ ਕੋਲ ਜਾ ਕੇ ਲੋਕ ਆਖਣ ਲੱਗੇ ਕਿ ਦੇਖੋ ਤੁਹਾਡਾ ਵੀਰ ਆਪਣੇ ਧਰਮ ਨੂੰ ਛੱਡ ਕੇ ਮੁਸਲਮਾਨ ਬਣਨ ਲੱਗਿਆ ਹੈ। ਤੇ ਉਸ ਸਮੇਂ ਬੇਬੇ ਨਾਨਕੀ ਜੀ ਨੇ ਇਹ ਵਚਨ ਕੀਤੇ ਸੀ ਕਿ ਇਹ ਬਿਲਕੁਲ ਝੂਠ ਹੈ। ਜੇ ਮੇਰਾ ਵੀਰ ਮਸੀਤ ਵਿੱਚ ਨਮਾਜ਼ ਅਦਾ ਕਰਨ ਦੇ ਲਈ ਗਿਆ ਹੈ, ਦੇਖਿਓ ਮੇਰੇ ਵੀਰ ਨੇ ਉੱਥੇ ਕੋਈ ਨਾ ਕੋਈ ਕੌਤਕ ਕਰਨਾ ਹੈ, ਦੁਨੀਆ ਦੇ ਲੋਕ ਸਾਰੇ ਦੇਖਣਗੇ, ਇਹੋ ਜਿਹੀ ਖੇਡ ਵਰਤਾਉਣਗੇ ਮੇਰੇ ਵੀਰ। ਤੇ ਬੇਬੇ ਨਾਨਕੀ ਨੂੰ ਆਪਣੇ ਭਰਾ ਉੱਤੇ ਵਿਸ਼ਵਾਸ। ਹੁਣ ਉਧਰ ਸਮਾਂ ਹੋਇਆ ਨਮਾਜ਼ ਅਦਾ ਕਰਨ ਦਾ। ਕਾਜੀ ਨਮਾਜ਼ ਪੜ੍ਹ ਰਿਹਾ, ਨਵਾਬ ਦੌਲਤ ਖਾਂ ਨੇ ਨਮਾਜ਼ ਪੜ੍ਹੀ ਹੈ ਤੇ ਦੀਨ ਦਿਆਲੂ ਸਤਿਗੁਰੂ ਦੋਨਾਂ ਵੱਲ ਦੇਖ ਕੇ ਮੁਸਕਰਾਉਂਦੇ ਹਨ। ਸਤਿਗੁਰੂ ਜਦੋਂ ਮੁਸਕਰਾਉਂਦੇ ਹਨ, ਕਾਜੀ ਵੀ ਦੇਖਦਾ ਤੇ ਨਵਾਬ ਵੀ ਦੇਖਦਾ। ਜੋ ਨਮਾਜ਼ ਅਦਾ ਹੋ ਗਈ ਨਾ, ਤੇ ਕਾਜੀ ਕਹਿਣ ਲੱਗਿਆ ਕਿ ਨਾਨਕ ਤੁਸਾਂ ਨੇ ਨਮਾਜ਼ ਨਹੀਂ ਪੜ੍ਹਨਾ ਕੀਤੀ। ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਵਾਬ ਜੀ ਅਸੀਂ ਨਮਾਜ਼ ਪੜ੍ਹੀ ਹੈ ਪਰ ਤੁਸੀਂ ਨਹੀਂ ਪੜ੍ਹਨਾ ਕੀਤੀ। ਕਹਿਣ ਲੱਗਿਆ ਨਹੀਂ, ਤੁਸਾਂ ਨੇ ਨਮਾਜ਼ ਨਹੀਂ ਪੜ੍ਹੀ। ਤੇ ਦੀਨ ਦਿਆਲੂ ਸਤਿਗੁਰੂ ਕਹਿੰਦੇ ਅਸੀਂ ਅਦਾ ਕੀਤੀ, ਤੁਸੀਂ ਪੜ੍ਹੀ ਹੈ ਪਰ ਤੁਸੀਂ ਨਹੀਂ ਪੜ੍ਹਨਾ ਕੀਤੀ। ਕਹਿਣ ਲੱਗੇ ਸਾਰੀ ਜਿੰਨੀ ਵੀ ਜਨਤਾ ਦੇਖ ਰਹੀ ਹੈ, ਸਾਰਿਆਂ ਦੇ ਸਾਹਮਣੇ ਤੁਹਾਡੇ ਸਾਹਮਣੇ ਪੜ੍ਹਨਾ ਕੀਤੀ, ਪਰ ਤੁਸੀਂ ਕਹਿੰਦੇ ਨਹੀਂ ਪੜ੍ਹਨਾ ਕੀਤੀ ਹੈ। ਕਿਉਂਕਿ ਇੱਕ ਹੁੰਦਾ ਪੜ੍ਹਨਾ, ਇੱਕ ਹੁੰਦਾ ਅਦਾ ਕਰਨਾ। ਅਦਾ ਤੋਂ ਆਪਾਂ ਭੇਟਾ ਕਰਨ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਪਾਂ ਆ ਕੇ, ਕੋਈ 10 ਰੁਪਏ, ਕੋਈ 5 ਰੁਪਏ, ਰੁਪਈਆ, 100 ਰੁਪਏ, ਜਿੰਨੀ ਵੀ ਆਪਣੀ ਸਮਰੱਥਾ ਮੁਤਾਬਕ। ਸਿੱਖ ਜਦੋਂ ਗੁਰੂ ਦੇ ਚਰਨਾਂ 'ਚ ਦਸਵੰਧ ਦੀ ਰਕਮ ਅਦਾ ਕਰਦਾ ਨਾ, ਉਹ ਭੇਟਾ ਕਰਦਾ, ਗੁਰੂ ਨੂੰ ਭੇਟਾ ਕਰਨੀ। ਜਿਹੜਾ ਹੁਣ ਇਹ ਕਹਿ ਰਹੇ ਸੀ ਪੜ੍ਹੀ ਹੈ, ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨਮਾਜ਼ ਜਿਹੜੀ ਹੈ ਭੇਟਾ ਕੀਤੀ ਜਾਂਦੀ ਹੈ, ਪੜ੍ਹੀ ਨਹੀਂ ਜਾਂਦੀ ਹੈ। ਤੇ ਦੀਨ ਦਿਆਲੂ ਸਤਿਗੁਰੂ ਕਹਿਣ ਲੱਗੇ, ਐ ਕਾਜੀ, ਜਦੋਂ ਤੂੰ ਨਮਾਜ਼ ਪੜ੍ਹ ਰਿਹਾ ਸੀ, ਸਰੀਰਕ ਤੌਰ ਤੇ ਪੜ੍ਹ ਰਿਹਾ ਸੀ, ਪਰ ਮਨ ਕਰਕੇ ਤੂੰ ਨਮਾਜ਼ ਨਹੀਂ ਪੜ੍ਹ ਰਿਹਾ ਸੀ। ਕਹਿਣ ਲੱਗਾ ਕਿਵੇਂ? ਗੁਰੂ ਪਾਤਸ਼ਾਹ ਕਹਿੰਦੇ ਇੱਕ ਤਾਂ ਇਹ ਜਦੋਂ ਨਮਾਜ਼ ਅਦਾ ਕਰਦਾ ਸੀ ਤੂੰ ਮੇਰੇ ਵੱਲ ਤੱਕਦਾ ਸੀ ਕਿ ਨਾਨਕ ਨਮਾਜ਼ ਪੜ੍ਹ ਰਿਹਾ ਕਿ ਨਹੀਂ ਪੜ੍ਹ ਰਿਹਾ। ਤੇ ਦੂਜੀ ਗੱਲ ਹੈ, ਤੇਰੀ ਸੁਰਤੀ ਆਪਣੇ ਘਰ ਦੇ ਵਿੱਚ ਸੀ। ਤੇਰੇ ਘਰ ਵਿੱਚ ਵਿਹੜੇ ਵਿੱਚ ਖੂਹ ਹੈ, ਘੋੜੀ ਸੂਈ ਹੋਈ ਹੈ, ਘੋੜੀ ਨੇ ਬਸ਼ੀਰਾ ਦੇਣਾ ਕੀਤਾ ਹੈ, ਤੂੰ ਉਹਨੂੰ ਬੰਨਣਾ ਭੁੱਲ ਗਿਆ। ਤੇਰੇ ਮਨ 'ਚ ਇਹ ਖਿਆਲ ਆ ਰਿਹਾ ਸੀ ਕਿ ਜੇਕਰ ਉਹ ਘੋੜੀ ਦਾ ਬਸ਼ੇਰਾ ਖੂਹ ਵਿੱਚ ਡਿੱਗ ਗਿਆ ਤੇ ਮੇਰਾ ਬੜਾ ਨੁਕਸਾਨ ਹੋ ਜਾਵੇਗਾ। ਕਹਿਣ ਲੱਗੇ ਨਮਾਜ਼ ਪੜ੍ਹਦਿਆਂ ਹੋਇਆਂ ਤੇਰੀ ਸੁਰਤੀ ਆਪਣੇ ਘਰ ਦੇ ਵਿੱਚ ਸੀ, ਇਸ ਕਰਕੇ ਇਹ ਪੜ੍ਹੀ ਹੋਈ ਨਮਾਜ਼ ਪਰਮਾਤਮਾ ਨੂੰ, ਖੁਦਾ ਨੂੰ ਪ੍ਰਵਾਨ ਨਹੀਂ। ਕਾਜੀ ਚੁੱਪ ਕਰ ਗਿਆ। ਫਿਰ ਗੁਰੂ ਸਵਾਰੇ ਉਸ ਸਮੇਂ
ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਵਾਬ ਦੌਲਤ ਖਾਂ ਕਹਿਣ ਲੱਗਿਆ ਕਿ हे ਨਾਨਕ ਜੀ, ਜੇ ਕਾਜੀ ਨੇ ਨਵਾਜ਼ ਨਹੀਂ ਪੜ੍ਹੀ, ਮੈਂ ਤਾਂ ਪੜ੍ਹੀ ਹੈ। ਦੀਨ ਦਿਆਲੂ ਸਤਿਗੁਰੂ ਕਹਿਣ ਲੱਗੇ, ਨਵਾਬ ਜੀ, ਨਵਾਜ਼ ਤੁਸਾਂ ਨੇ ਨਹੀਂ ਪੜ੍ਹਨਾ ਕੀਤੀ ਹੈ, ਕਿਉਂਕਿ ਤੁਸੀਂ ਆਪਣੇ ਮਨ ਨੂੰ ਕਾਬਲ ਕੰਧਾਰ ਵਿੱਚ ਲੈ ਕੇ ਗਏ ਸੀ। ਕਾਬਲ ਕੰਧਾਰ ਵਿੱਚ ਤੁਸੀਂ ਘੋੜੇ ਖਰੀਦ ਰਹੇ ਸੀ, ਬੈਠੇ ਸਰੀਰਕ ਤੌਰ 'ਤੇ ਮਸਜਿਦ ਵਿੱਚ, ਮਸਜਿਦ ਵਿੱਚ, ਤੇ ਤੁਸੀਂ ਘੋੜੇ ਖਰੀਦ ਰਹੇ ਹਨ, ਜਿਸ ਕਰਕੇ ਤੁਸੀਂ ਵੀ ਹਾਜ਼ਰ ਨਹੀਂ ਸਨ। ਜਦੋਂ ਨਵਾਬ ਨੇ ਗੁਰੂ ਨਾਨਕ ਪਾਤਸ਼ਾਹ ਸੁਣਿਆ, ਜੋ ਬਿਲਕੁਲ ਸੱਚਾਈ ਸੀ, ਨਵਾਬ ਦੌਲਤ ਖਾਂ ਸਤਿਗੁਰਾਂ ਦੇ ਚਰਨਾਂ ਡਿੱਗ ਪਿਆ ਸੀ। ਸੋ ਗੁਰੂ ਸਵਾਰਿਓ, ਸਾਡੀ ਹਾਲਤ ਵੀ ਉਸ ਕਾਜੀ ਤੇ ਨਵਾਬ ਜੈਸੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ ਜਪਿਆ ਹਰ ਮਨ ਚੀਤ, ਜਿਨ੍ਹਾਂ ਨੇ ਹਰੀ ਪਰਮਾਤਮਾ ਜਪਿਆ ਮਨ ਕਰਕੇ ਤੇ ਚਿੱਤ ਕਰਕੇ। ਤੇ ਮਾਫ ਕਰਨਾ, ਸਾਡੀ ਹਾਲਤ ਵੀ ਐਸੀ ਹੈ, ਅਸੀਂ ਹੱਥ 'ਚ ਗੁਟਕਾ ਸਾਹਿਬ ਪਕੜਿਆ ਹੁੰਦਾ, ਪੋਥੀ ਪ੍ਰਕਾਸ਼ ਹੁੰਦੀ ਹੈ, ਸਰੀਰਕ ਤੌਰ 'ਤੇ ਆਪਾਂ ਜ਼ੁਬਾਨਾਂ ਪੜ੍ਹਦੇ ਜਾਂਦੇ, ਪਰ ਮਨ ਕਰਕੇ ਆਪਾਂ ਨਹੀਂ ਪੜ੍ਹਦੇ। ਮਨ ਸਾਡਾ ਵੀ ਦਸਾਂ ਦੇਸ਼ਾਂ ਵਿੱਚ ਦੌੜਿਆ ਫਿਰਦਾ, ਭੱਜਿਆ ਫਿਰਦਾ ਹੈ। ਮਨੁੱਖ ਦੀਆਂ ਬਿਰਤੀਆਂ ਹੁੰਦੀਆਂ ਨੇ, ਇੱਕ ਹੁੰਦੀ ਹੈ ਕਾਂ ਬਿਰਤੀ, ਇੱਕ ਹੁੰਦੀ ਹੈ ਬਗਲਾ ਬਿਰਤੀ, ਇੱਕ ਹੁੰਦੀ ਹੈ ਹੰਸ ਬਿਰਤੀ। ਆਪਾਂ ਦੇਖਦੇ ਨੇ ਪੁਰਾਣੇ ਸਮਿਆਂ ਵਿੱਚ, ਅੱਜ ਕੱਲ੍ਹ ਤਾਂ ਸਮਾਂ ਬਦਲ ਚੁੱਕਾ ਹੈ, ਵਿਹੜਿਆਂ ਦੇ ਵਿੱਚ, ਵਿਹੜੇ ਵਿੱਚ ਬੀਬੀਆਂ ਨੇ ਅੱਗ ਬਾਲਣੀ, ਪ੍ਰਸ਼ਾਦੇ ਤਿਆਰ ਕਰਨੇ, ਤੇ ਘਰ ਦੇ ਬਾਹਰ ਵਿਹੜੇ ਵਿੱਚ ਹੀ ਜੂਠੇ ਭਾਂਡੇ ਪਏ ਹੁੰਦੇ ਸਨ, ਤੇ ਕਾਂ ਨੇ ਉਹਨਾਂ ਜੂਠੇ ਭਾਂਡੇ ਜਾ ਕੇ ਮੂੰਹ ਮਾਰਨਾ, ਤੇ ਕੋਠੇ ਉੱਤੇ ਆ ਕੇ ਬੈਠਣਾ, ਕਾਂ ਕਾਂ ਕਰਨਾ। ਨਾਲੇ ਕਾਂ ਨੇ ਚੁੰਝ ਭਰਨੀ, ਤੇ ਨਾਲੇ ਆਲੇ ਦੁਆਲੇ ਦੇਖਣਾ ਕਿ ਕੋਈ ਆ ਤਾਂ ਨਹੀਂ ਰਿਹਾ ਹੈ। ਤੇ ਮਾਫ ਕਰਨਾ, ਸਾਡੀ ਹਾਲਤ ਵੀ ਇਹੋ ਜਿਹੀ ਹੋ ਚੁੱਕੀ ਹੈ। ਹੱਥ ਵਿੱਚ ਗੁਟਕਾ ਸਾਹਿਬ ਲਿਆ ਹੁੰਦਾ ਏ, ਪੜ੍ਹਦੇ ਹੁੰਦੇ ਆ ਬਾਣੀ, ਤੇ ਇੱਧਰ ਉੱਧਰ ਆਪਾਂ ਦੇਖਦੇ ਹਾਂ ਕਿਹੜਾ ਆਇਆ ਕਿਹੜਾ ਗਿਆ ਏ, ਕੋਈ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਹੈ। ਇਹ ਸਾਡੀ ਕਾਂ ਬਿਰਤੀ ਹੋ ਗਈ ਹੈ। ਦੂਜਾ ਹੈ ਬਗਲਾ ਬਿਰਤੀ। ਬਗਲੇ ਤੇ ਹੰਸ ਦਾ ਰੰਗ ਇੱਕੋ ਜਿਹਾ ਹੁੰਦਾ, ਹੰਸ ਵੀ ਚਿੱਟਾ ਹੈ ਤੇ ਬਗਲਾ ਵੀ ਚਿੱਟਾ ਹੈ, ਪਰ ਦੋਨਾਂ ਦੇ ਸੁਭਾਅ ਵਿੱਚ, ਗੁਣਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਬਗਲਾ ਨਦੀ ਦੇ ਕਿਨਾਰੇ, ਦਰਿਆ ਦੇ ਕਿਨਾਰੇ ਤੇ ਜਾ ਕੇ ਬੈਠਦਾ, ਤੇ ਬਗਲਾ ਸਮਾਧੀ ਲਾਉਂਦਾ, ਤੇ ਗੁਰੂ ਸਵਾਰੇ ਉਹਦੀ ਬਿਰਤੀ ਕੈਸੀ ਹੁੰਦੀ ਹੈ, ਉਹਦੀ ਖੁਰਾਕ ਹੈ ਡੱਡੂਆਂ ਮੱਛੀਆਂ ਖਾਣੀਆਂ, ਕੀੜੇ ਮਕੌੜੇ ਖਾਣੇ, ਤੇ ਬਗਲਾ ਗੁਰੂ ਸਵਾਰੇ ਉਹ ਭਾਲਦਾ ਹੈ। ਪਰ ਕਈ ਵਾਰੀ ਉਲਟ ਵੀ ਕੰਮ ਹੋ ਜਾਂਦਾ ਹੈ। ਕਈ ਵਾਰੀ ਬਗਲਾ ਜਦੋਂ ਮਾਰ 'ਤੇ ਬੈਠਾ ਹੁੰਦਾ, ਬਗਲੇ ਉੱਤੇ ਆ ਕੇ ਬਾਜ ਜਿਹੜਾ ਹਮਲਾ ਕਰ ਦਿੰਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਦੇਣਾ ਕੀਤੀ ਹੈ, ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ, ਜੋ ਚਿੱਤ ਚੇਤੇ ਵਿੱਚ ਨਹੀਂ ਹੁੰਦਾ ਉਹ ਹੋ ਜਾਂਦਾ ਹੈ, ਹੋਣੀ ਉਹ ਕਰਾ ਦਿੰਦੀ ਹੈ। ਤੇ ਬਗਲਾ ਬਿਰਤੀ ਜੀਵ ਦੀ ਹੈ। ਜੇ ਆਪਾਂ ਧਾਰਮਿਕ ਦੁਨੀਆ ਦੀ ਗੱਲ ਕਰੀ ਨਾ, ਬਹੁਤ ਤਾਦਾਦ ਵਿੱਚ ਧਾਰਮਿਕ, ਚਾਹੇ ਉਹ ਗੁਰੂ ਘਰ ਨੇ, ਚਾਹੇ ਮੰਦਰ ਹੈ, ਮਸਜਿਦ ਹੈ, ਗਿਰਜਾ ਘਰ ਹਨ, ਤੇ ਇੱਥੇ ਕਈ ਵਾਰੀ ਐਸਾ ਹੁੰਦਾ ਕਿ ਚਿੱਟੇ ਲਿਬਾਸ ਦੇਖੇ ਜਾਂਦੇ ਨੇ।
बड़ी सुंदर पोशाक पहनी हुंदी है, वस्त्र वधिया पहने हुंदे, देखण नूं बड़ा प्रभाव पैंदा है। पर बिरती बगले जैसी हुंदी है। बिरती करके बगले जैसे, क्योंकि जे बगला डड्डू मच्छियां खांदा ना, इसे तरह कई लोग धर्मी बन के ते जीवां दा घाण करदे ने, कर्म सारे पापां वाले करदे ने ते अपने आप नूं धर्मी अखवाउंदे हन। जिवें सज्जन ठग दे कोल गुरु नानक पातशाह गए सन, चिट्टे वस्त्र पहने हुए सन, बड्डी हत्थ च माला पकड़ी हुई सी, ते गुरु नानक पातशाह कहण लगे, सज्जणा सज्जन बनना कर, नाम सज्जन है, सज्जन दा सज्जन बन जा, ये ठग्गां वाले काम छड्ड दे। एक पासे धर्म ही खवांदा, दूजे पासे लालच बस हो के जीवां दा घाण करदा है। कित्थों दा तू धर्मी है? दीन दयालु पातशाह दे बचन सुने ते सज्जन ठग तो भाई सज्जन बन गया, सतगुर दे चरनां 'च डिग पिया। यह है बगला बिरती कि जीवां दा धर्म दा सहारा लैके अपने आप नूं धर्मी खवाणा ते धर्म दा सहारा लैके ते गुरु सवारिओ धर्म तो उल्ट कर्म करने। ते सच जाणिओ इहो ਜਿਹੇ लोग धर्म नूं भी कलंक ला दिंदे ने। धर्म नूं बेचना ते बहुत वड्डा गुरु सवारे ये पाप है। ते तीजी है हंस बिरती। हंस दे विच गुण है। आप जी ने कई बारी श्रवण कीता है कि हंस मान सरोवर उत्ते जांदा, हंस की खुराक है मोती, ते हंस मान सरोवर ते जाके बैठदा, चुब्भी मारदा ते विचों मोती कढ लिआंदा, ते उहनूं पता कि मेरी ये खुराक है, इहदे राहीं मेरी भुख मिटनी है। ते जिहड़ी गुरसिख दी बिरती है वो हंस बिरती है। बगला भी मान सरोवर ते गया, बगले ने डड्डू मच्छियां खाना कीतियां। हंस गया मान सरोवर ते, हंस ने मोती चुगना कीते। ते सिख हंस बिरती वाला ते मान सरोवर की है? साडे गुरु ग्रंथ साहिब महाराज। गुरु ग्रंथ साहिब महाराज हंस है, मान सरोवर हन। सिख हंस है। जो सिख प्यार नाल सतगुरां दी बाणी पढ़दा ना, हंस बिरती पढ़ के पढ़दा है, ते गुरु सवारिओ जिवें हंस नूं मोती प्राप्त हुंदे ने, ते सिख नूं गुरु ग्रंथ साहिब महाराज विचों शुभ गुणा रूपी मोती प्राप्त हो जाते हैं। वो गुण जिहड़े हिरदे अंदर पैदा होने, सत संतोख दया धर्म विचार, ये गुण हिरदे अंदर बाणी पढ़ के सिमरन करके पैदा होंदे ने। ते ये है बिरतियां मनुख दियां। ते सतगुरु कहंदे जदों आपां एकाग्र चित हो के उस वाहिगुरू नूं चेते करांगे, वाहिगुरू दा सिमरन च करांगे, कहंदे फिर हरि दा जाप करन करके जीव नूं घणी बहुती मुक्ति प्राप्त पाओ, जीव मुक्त हो जावेगा। जिन जपिया हर मन चीत, जिन्हां ने हरि नूं जपिया किस तरीके नाल मन करके चित करके, ते ओ जीव फिर हर जप जप मुक्त कणी। वो हरि नूं जप देगे, बार बार जप देगे, मुखों वाहिगुरू वाहिगुरू जप देगे, मुखों एक ओंकार सतनाम करता पुरख, इंज मूल मंत्र दा जप कर देगे, गुर शब्द नूं जप दे रहे, ते परमात्मा दे दर तो फिर उस जीव नूं प्राप्त की होया? मुक्ति मिल गई। वो जीव दे विकारां दे बंधन, माया दे बंधन, ये सारे कट्टे गए, वो जी मुक्त हो गया। जिन जपिया हर ते मुक्त पराणी,
ਤਿਨ ਕੇ ਊਜਲ ਮੁਖ ਹਰ ਦੁਆਰ। ਅਗਲੀ ਪੰਕਤੀ 'ਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਤਿਗੁਰ ਨੂੰ ਸਵਾਲ ਕਰ ਲਿਆ, ਕਹਿਣ ਲੱਗੇ ਕਿ ਪਾਤਸ਼ਾਹ ਆਪ ਜੀ ਇਹ ਵਚਨ ਕਰਦੇ ਹਨ ਕਿ ਜਿਨ੍ਹਾਂ ਨੇ ਹਰੀ ਵਾਹਿਗੁਰੂ ਦਾ ਨਾਮ ਜਪਿਆ ਉਹ ਜੀਵ ਮੁਕਤ ਹੋ ਗਏ ਹਨ, ਤੇ ਪਾਤਸ਼ਾਹ ਜੀ ਹੋਰ ਉਹਨਾਂ ਜੀਵਾਂ ਨੂੰ ਕੀ ਕੀ ਪ੍ਰਾਪਤ ਹੁੰਦਾ ਹੈ? ਤੇ ਸਤਿਗੁਰੂ ਜੀ ਵਚਨ ਕਰਦੇ ਹਨ, ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ। ਜਿਨ੍ਹਾਂ ਨੇ ਭਾਈ ਹਰੀ ਨੂੰ ਜਪਿਆ ਉਹ ਪ੍ਰਾਣਾ ਧਾਰੀ ਜੀਵ ਮੁਕਤ ਹੋਏ ਹਨ। ਤਿੰਨ ਕੇ ਉਜਲ ਮੁਖ ਹਰ ਦੁਆਰ। ਜਦੋਂ ਉਹ ਹਰੀ ਦੇ ਦਰ ਤੇ ਜਾਂਦੇ ਨੇ ਨਾ, ਹਰੀ ਦੁਆਰ, ਹਰੀ ਦੇ ਦਰਵਾਜ਼ੇ, ਕਹਿੰਦੇ ਫਿਰ ਉਹਨਾਂ ਜੀਵਾਂ ਦੇ ਜਿਹੜੇ ਮੁਖ ਨੇ ਉਜਲੇ ਹੋ ਜਾਂਦੇ ਨੇ। ਭਾਵ ਉਹਨਾਂ ਨੂੰ ਸੰਸਾਰ ਵਿੱਚ ਵੀ ਸਤਿਕਾਰ ਮਿਲਦਾ ਤੇ ਮਾਲਕ ਦੀ ਦਰਗਾਹ ਵਿੱਚ ਵੀ ਸਤਿਕਾਰ ਮਿਲਦਾ ਹੈ। ਜੇ ਆਪਾਂ ਦੇਖੀਏ ਸਮਾਜ ਵਿੱਚ ਵਿਚਰਦੇ ਹਾਂ, ਸਮਾਜ ਵਿੱਚ ਵਿਚਰਦਿਆਂ ਹੋਇਆਂ ਚੰਗੇ ਕਰਮ ਕਰੀਏ, ਲੋਕ ਭਲਾਈ ਦੇ ਕੰਮ ਕਰਨ ਲੱਗ ਪਈਏ ਨਾ, ਤੇ ਲੋਕ ਸਲਾਹੁੰਦੇ ਨੇ ਕਿ ਫਲਾਣੇ ਨੇ ਵਧੀਆ ਕੰਮ ਕੀਤਾ ਹੈ। ਕੋਈ ਰਾਜਨੀਤਿਕ ਹੈ, ਰਾਜਾ ਬਣ ਗਿਆ, ਆਪਣਾ ਰਾਜ ਭਾਗ ਨੂੰ ਸੰਭਾਲਦੇ ਆ, ਉਹ ਵਧੀਆ ਕੰਮ ਕਰੇ, ਸਰਕਾਰ ਵਧੀਆ ਕੰਮ ਕਰੇ, ਤੇ ਜਨਤਾ ਉਹਨੂੰ ਯਾਦ ਕਰਦੇ ਕਿ ਫਲਾਣੀ ਸਰਕਾਰ ਨੇ ਵਧੀਆ ਕੰਮ ਕੀਤਾ ਸੀ। ਪਰ ਜੇ ਉਹ ਸਰਕਾਰ ਹੀ ਗਲਤ ਕੰਮ ਕਰਨ ਲੱਗ ਪਵੇ ਨਾ, ਤੇ ਫਿਰ ਗੁਰੂ ਸਰ ਸਮਾਂ ਉਹ ਵੀ ਆਉਂਦਾ ਕਿ ਉਹੀ ਜਨਤਾ ਫਿਰ ਲਾਹਣਤਾਂ ਪਾਉਂਦੀ ਹੈ, ਰਾਜੇ ਨੂੰ ਲਾਹਣਤਾਂ ਪਾਉਂਦੀ ਹੈ ਕਿ ਸਾਡਾ ਰਾਜਾ ਵਧੀਆ ਨਹੀਂ ਨੇ, ਸਾਰੇ ਦੇਸ਼ ਦਾ ਜਿਹੜਾ ਹੈ ਭੱਠਾ ਬਿਠਾ ਦਿੱਤਾ, ਇਤਿਆਦਿ ਕਿਹੋ ਜਿਹੇ ਬੋਲ ਬੋਲੇ ਜਾਂਦੇ ਨੇ। ਭਾਵ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਅੱਗੋਂ ਜੀਵ ਨੂੰ ਅਗਲਾ ਫਲ ਮਿਲਦਾ ਹੈ। ਤੇ ਜਿਸ ਜੀਵ ਨੇ ਫਿਰ ਨਾਮ ਜਪਿਆ, ਬੰਦਗੀ ਕੀਤੀ ਹੈ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜੀਵ ਮਾਲਕ ਦੀ ਦਰਗਾਹ ਵਿਖੇ ਪ੍ਰਵਾਨ ਹੁੰਦੇ ਹਨ। ਉਹਨਾਂ ਨੂੰ ਫਿਰ ਮਾਲਕ ਦੇ ਦਰ ਤੇ ਸਨਮਾਨ ਮਿਲਦਾ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰ ਪੂਰੇ ਕੀ ਵਡਿਆਈ, ਤਾਕੀ ਕੀਮਤ ਕਹੀ ਨਾ ਜਾਈ। ਇਸ ਤਰ੍ਹਾਂ ਉਹਨਾਂ ਨੂੰ ਸਨਮਾਨ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਜਿਨ੍ਹਾਂ ਦੇ ਮਨ ਤਨ ਵਿੱਚ ਉਹ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਇਸੇ ਪ੍ਰਕਾਰ ਗੁਰੂ ਪਾਤਸ਼ਾਹ ਕਹਿੰਦੇ ਨੇ ਇੰਨਾ ਸਨਮਾਨ ਮਿਲਦਾ, ਕਹਿੰਦੇ ਰੇ ਰੇ ਦਰਗਹ ਕਹਿ ਨਾ ਕੋਊ, ਆਓ ਬੈਠ ਆਦਰ ਸਭ ਦੇਊ। ਜਦੋਂ ਮਾਲਕ ਦੀ ਦਰਗਾਹ ਵੇਖੇ ਜਾਂਦੇ ਨੇ ਨਾ, ਇਸ ਲੋਕ ਦੀ ਯਾਤਰਾ ਕਰਕੇ, ਉੱਥੇ ਰੇ ਰੇ ਨਹੀਂ ਆਖਿਆ ਜਾਂਦਾ, ਓਏ ਓਏ ਨਹੀਂ ਆਖਿਆ ਜਾਂਦਾ, ਉੱਥੇ ਬੜੇ ਸਤਿਕਾਰ ਵਾਲੇ ਸ਼ਬਦ ਵਰਤੇ ਜਾਂਦੇ ਨੇ। ਸਤਿਕਾਰ ਵਾਲੇ ਸ਼ਬਦ ਉਹਨਾਂ ਦੇ ਨਾਮ ਨਾਲ ਜੀ ਲਾਇਆ ਜਾਂਦਾ। ਆਓ ਭਗਤ ਜੀ, ਆਓ ਸੰਤ ਜੀ, ਆਓ ਗੁਰਮੁਖ ਜੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਸਾਹਿਬਾਨਾਂ ਨੇ ਭਗਤ ਸਾਹਿਬਾਨਾਂ ਨੂੰ ਸਨਮਾਨ ਦਿੱਤਾ। ਚਾਹੇ ਉਹ ਰਵਿਦਾਸ ਜੀ ਦੀ ਬਾਣੀ ਹੈ, ਕਬੀਰ ਜੀ ਦੀ ਬਾਣੀ ਹੈ, ਧੰਨੇ ਜੀ ਦੀ ਬਾਣੀ ਹੈ, ਸਦਨੇ ਜੀ ਦੀ ਬਾਣੀ ਹੈ, ਕਿਸੇ ਭਗਤ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ, ਤੇ 15 ਭਗਤਾਂ ਨੂੰ ਸਤਿਗੁਰੂ ਜੀ ਨੇ ਜੀ ਸ਼ਬਦ ਉਚਾਰਿਆ, ਸਨਮਾਨ ਦੇਣਾ। ਕੋਈ ਘਰ ਚੱਲ ਕੇ ਆਵੇ, ਕਿਸੇ ਨੂੰ ਮਿਲੀਏ ਗਿਲੀਏ, ਤੇ ਆਪਾਂ ਜੇ ਤਮੀਜ਼ ਨਾਲ ਨਾ ਬੋਲੀ ਨਾ, ਤਾਂ ਅੱਗੋਂ ਸੁਣਨ ਵਾਲਾ ਕਹਿੰਦਾ ਇਹਨੂੰ ਬੋਲਣ ਦੀ ਤਮੀਜ਼ ਹੀ ਨਹੀਂ ਹੈ। ਤੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਕਬੀਰ ਜੀ ਕੀ, ਬਾਣੀ ਨਾਮਦੇਵ ਜੀ ਕੀ। ਇਸ ਤਰ੍ਹਾਂ ਸਤਿਗੁਰੂ ਨੇ ਸਨਮਾਨ ਦੇਣਾ ਕੀਤਾ। ਜੇ ਜੀ ਨਹੀਂ ਲਾ ਫਿਰ ਸ਼੍ਰੀ ਸੈਣ, ਸ਼੍ਰੀ ਸ਼੍ਰੋਮਣੀ,
ਸਤਿਕਾਰਵਾਚਕ ਸ਼ਬਦ ਵਰਤੇ ਨੇ। ਭਾਵ ਦੱਸਿਆ ਸਤਿਗੁਰੂ ਨੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਗੁਰਮੁਖਾਂ ਦਾ ਸਨਮਾਨ ਹੁੰਦਾ ਜਿਹੜੇ ਨਾਮ ਜਪਦੇ ਨੇ। ਰਹਿੰਦੀ ਦੁਨੀਆ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਾਂਗੇ। ਇਸ ਬਾਣੀ ਤੋਂ ਸੰਸਾਰ ਨੇ ਸੇਧ ਲੈਣੀ ਹੈ। ਅੱਜ ਸੇਧ ਲੈ ਰਹੇ, ਅੱਗੇ ਵੀ ਸੇਧ ਲੈਣਗੇ। ਤੇ ਜਦੋਂ ਬਾਣੀ ਪੜ੍ਹਾਂਗੇ ਨਾ, ਭਗਤਾਂ ਦੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਤੇ ਜਿੱਥੇ ਸਾਨੂੰ ਬਾਣੀ ਪੜ੍ਹ ਕੇ ਗਿਆਨ ਪ੍ਰਾਪਤ ਹੋਣਾ ਹੈ, ਉੱਥੇ ਬਾਣੀ ਦੇ ਸਰਲੇਖ ਤੋਂ ਆਰੰਭਤਾ ਵਿੱਚ ਜੋ ਸਤਿਗੁਰ ਦੇ ਜੋ ਲਿਖਾਰੀ ਨੇ, ਭਾਈ ਗੁਰਦਾਸ ਜੀ ਲਿਖਾਣ ਵਾਲੇ ਨੇ, ਗੁਰੂ ਅਰਜਨ ਦੇਵ ਮਹਾਰਾਜ, ਤੇ ਜੀ ਸ਼ਬਦ ਸੁਣਨਗਣ ਦੁਨੀਆ ਦੇ ਲੋਕ ਕਿ ਬਾਕੀ ਇੰਨਾ ਸਨਮਾਨ ਦੇ ਰਹੇ ਨੇ ਸਤਿਗੁਰੂ ਜੀ। ਕਾਰਨ ਕੀ ਸੀ, ਕਿਉਂ ਸਨਮਾਨ ਦਿੱਤਾ? ਕਿਉਂਕਿ ਉਹਨਾਂ ਨੇ ਸੰਸਾਰ ਵਿੱਚ ਆ ਕੇ ਕਮਾਈ ਕੀਤੀ, ਨਾਮ ਜਪਿਆ, ਬੰਦਗੀ ਕੀਤੀ ਹੈ ਵਾਹਿਗੁਰੂ ਦੀ, ਜਿਸ ਕਰਕੇ ਉਹਨਾਂ ਨੂੰ ਸਨਮਾਨ ਮਿਲਿਆ। ਉਸ ਵਾਹਿਗੁਰੂ ਦੇ ਦਰ ਤੋਂ, ਗੁਰੂ ਨਾਨਕ ਦੇ ਘਰੋਂ ਉਹਨਾਂ ਨੂੰ ਮਾਣ ਸਨਮਾਨ ਮਿਲਿਆ। ਇੰਨਾ ਸਨਮਾਨ ਦੇ ਦਿੱਤਾ। ਦੀਨ ਦਿਆਲੂ ਸਤਿਗੁਰੂ ਕਹਿਣ ਲੱਗੇ, ਜਿੱਥੇ ਅਸੀਂ ਬੈਠੇ ਹਾਂ ਉੱਥੇ ਨਾਲ ਤੁਹਾਨੂੰ ਵੀ ਆਪਣੇ ਬਰੋਬਰ ਬਿਠਾਵਾਂਗੇ। ਦੁਨੀਆ ਦੇ ਲੋਕ ਤੁਹਾਨੂੰ ਮੰਦਰਾਂ ਵਿੱਚੋਂ, ਦਿਉਰਿਆਂ ਵਿੱਚੋਂ ਧੱਕੇ ਮਾਰ ਕੇ ਕੱਢਦੇ ਨੇ, ਤੁਹਾਡੇ ਪਰਛਾਵੇਂ ਤੋਂ ਡਰਦੇ, ਉੱਚੀਆਂ ਜਾਤਾਂ ਵਾਲੇ, ਪਰ ਅਸੀਂ ਤੁਹਾਨੂੰ ਨਾਲ ਬਿਠਾਵਾਂਗੇ। ਜਿੰਨੀ ਮਰਜ਼ੀ ਦੁਨੀਆ ਦੇ ਲੋਕ ਕੋਸ਼ਿਸ਼ ਕਰ ਲੈਣ ਕਿ ਆਪਾਂ ਇਹਨਾਂ ਨੂੰ ਆਪਾਂ ਇੱਥੋਂ ਕੱਢ ਦਈਏ, ਕਹਿੰਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਪਰ ਰਹਿੰਦੀ ਦੁਨੀਆ ਤੱਕ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਵਿੱਚ ਤੁਹਾਨੂੰ ਦਰਜ ਕਰ ਲਿਆ, ਆਪਣੇ ਨਾਲ ਤੁਹਾਨੂੰ ਬਿਠਾਣਾ ਕੀਤਾ। ਤੇ ਇਹ ਸਾਰੇ ਜਿਹੜੇ ਜਾਤ ਅਵਮਾਨੀ ਲੋਕ ਨੇ ਨਾ, ਇਹ ਕੋਸ਼ਿਸ਼ਾਂ ਕੱਢਣ ਦੀਆਂ, ਪਰ ਕੋਈ ਕੱਢ ਨਹੀਂ ਸਕੇਗਾ ਤੁਹਾਨੂੰ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ। ਤੇ ਇਹ ਬਖਸ਼ਿਸ਼ ਸਤਿਗੁਰੂ ਨੇ ਕੀਤੀ ਹੈ। ਨਾਮ ਉਜਲ ਹੋ ਗਿਆ, ਸਤਿਕਾਰਵਾਚਕ ਹੋ ਗਿਆ, ਕਮਾਈ ਕੀਤੀ ਸੰਸਾਰ ਵਿੱਚ ਆ ਕੇ, ਜਿਸ ਕਰਕੇ ਇਹ ਮਾਣ ਸਨਮਾਨ ਮਿਲਿਆ। ਤੇ ਪਾਤਸ਼ਾਹ ਕਹਿੰਦੇ ਨੇ, ਉਹ ਜੀਵ ਫਿਰ ਕਹਿੰਦੇ, ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ। ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ, ਜਿਨ੍ਹਾਂ ਨੇ ਹਰੀ ਪਰਮਾਤਮਾ ਜਪਿਆ, ਉਹ ਕਹਿੰਦੇ ਜੀਵ ਫਿਰ ਪ੍ਰਾਣਾਧਾਰੀ ਜੀ ਮੁਕਤ ਹੋ ਗਏ। ਤੇ ਉਹਨਾਂ ਦਾ ਤਿੰਨ ਕੇ ਮੁਖ ਉਜਲ ਹਰ ਦੁਆਰ, ਹਰੀ ਦੇ ਦਰ ਤੇ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ, ਉਹਨਾਂ ਨੂੰ ਸਨਮਾਨ ਮਿਲਦਾ ਹੈ। ਓਏ ਹਾਲਤ ਪਲਤ ਜਨ ਭਏ ਸੁਹੇਲੇ, ਹਰ ਰਾਖ ਲੀਏ ਰੱਖਣ ਹਾਰ। ਅਗਲੀ ਪੰਕਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਕਹਿੰਦੇ ਓਏ ਹਾਲਤ ਪਲਤ, ਹਾਲਤ ਇਹ ਲੋਕ ਤੇ ਪਲਤ ਪਰਲੋਕ, ਦੋਨੋਂ ਲੋਕ ਕਹਿੰਦੇ ਸੁਹੇਲੇ, ਉਹਨਾਂ ਦੇ ਸੋਭਨੀਕ ਹੋ ਜਾਂਦੇ ਨੇ। ਦੋਨਾਂ ਲੋਕਾਂ 'ਚ ਉਹਨਾਂ ਜੀਵਾਂ ਨੂੰ ਸੁੱਖ ਮਿਲਦਾ ਹੈ, ਕਿਉਂਕਿ ਉਹਨਾਂ ਉੱਤੇ ਉਸ ਮਾਲਕ ਵਾਹਿਗੁਰੂ ਦੀ ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ। ਹਰ ਰਾਖ ਲੀਏ ਰੱਖਣ ਹਾਰ, ਰੱਖਣ ਹਾਰ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਵਿਕਾਰਾਂ ਵੱਲੋਂ ਰੱਖ ਲਿਆ, ਮਹਿਕੀ ਪਦਾਰਥਾਂ ਵੱਲੋਂ ਬਚਾ ਲਿਆ। ਤੇ ਉਹ ਫਿਰ ਦਿਨ ਰਾਤ ਉਸ ਮਾਲਕ ਦੀ ਆਰਾਧਨਾ ਕਰਦੇ ਹਨ, ਉਸ ਮਾਲਕ ਦਾ ਸਿਮਰਨ ਕਰਦੇ ਹਨ। ਇੰਜ ਵਾਹਿਗੁਰੂ ਪਰਮਾਤਮਾ ਉਹਨਾਂ ਦੀ ਫਿਰ ਸਹਾਇਤਾ ਕਰਦਾ ਹੈ। ਹਰ ਸੰਤ ਸੰਗਤ ਜਨ ਸੁਣੋ ਭਾਈ, ਗੁਰਮੁਖ ਹਰ ਸੇਵਾ ਸਫਲ ਬਣੀ। ਅਗਲਾ ਬਚਨ ਪਾਤਸ਼ਾਹ ਜੀ ਕਰ ਰਹੇ ਹਨ, ਕਹਿੰਦੇ ਭਾਈ, ਹੇ ਭਾਈ, ਕਹਿੰਦੇ ਤੁਸੀਂ ਹਰ ਸੰਤ ਸੰਗਤ, ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਕਰੋ, ਸਤ ਸੰਗਤ ਦਾ ਆਨੰਦ ਮਾਣਨਾ ਕਰੋ।
ਸਤ ਸੰਗਤ ਵਿੱਚ ਆ ਕੇ ਰੱਬ ਦੇ ਪਿਆਰੇ ਜਨ ਪਿਆਰਿਆਂ ਦੀ ਜਿਹੜੀਆਂ ਕਥਾਵਾਂ ਨੇ ਉਹ ਕਥਾਵਾਂ ਸੁਣਨਾ ਕਰੋ, ਪਰਮਾਤਮਾ ਦੀ ਸਿਫਤ ਸਲਾਹ ਸੁਣਨਾ ਕਰੋ। ਜਿਹੜੇ ਇਸ ਤਰੀਕੇ ਨਾਲ ਉਸ ਵਾਹਿਗੁਰੂ ਦੀ ਸਿਫਤ ਸਲਾਹ ਸੁਣਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਕਥਾ ਸੁਣਦੇ, ਕੀਰਤਨ ਸੁਣਦੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਹਨ, ਉਹਨਾਂ ਨੂੰ ਫਿਰ ਮਾਲਕ ਦੇ ਦਰ ਤੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਕਿਉਂਕਿ ਸਤ ਸੰਗਤ ਦੀਆਂ ਘੜੀਆਂ ਹਰ ਇੱਕ ਦੇ ਨਸੀਬ ਨਹੀਂ ਹੁੰਦੀਆਂ, ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀਆਂ ਹਨ। ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਜਿਹੜੇ ਬਿਲਕੁਲ ਗੁਰੂ ਘਰਾਂ ਦੇ ਕੋਲ ਰਹਿੰਦੇ ਨੇ, ਸੁਬਾਹ ਸ਼ਾਮ ਗੁਰੂ ਘਰ ਵਿਖੇ ਸਪੀਕਰ ਚੱਲਦੇ, ਕਥਾ ਕੀਰਤਨ ਹੁੰਦਾ, ਪਰ ਗੁਰੂ ਸਵਾਰਿਓ ਉਹਨਾਂ ਦੇ ਕੰਨਾਂ 'ਚ ਫਿਰ ਵੀ ਸਤਿਗੁਰਾਂ ਦੀ ਬਾਣੀ ਨਹੀਂ ਪੈਂਦੀ। ਕੰਨਾਂ ਵਿੱਚ ਗੁਰੂ ਘਰ ਦੇ ਨੇੜੇ ਘਰ ਹੋਣਾ ਇਹ ਵੱਡੀਆਂ ਭਾਗਾਂ ਦੀ ਨਿਸ਼ਾਨੀ ਹੈ। ਪਰ ਕਈ ਵਾਰੀ ਐਸਾ ਹੁੰਦਾ ਕਿ ਗੁਰੂ ਘਰ ਦੇ ਕੋਲ ਰਹਿੰਦਿਆਂ ਹੋਇਆਂ ਵੀ ਜਿਹੜੀ ਬਾਣੀ ਹੈ ਕੰਨਾਂ ਵਿੱਚ ਨਹੀਂ ਪੈਂਦੀ, ਉਹਨਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ ਹੈ। ਗੰਦੇ ਮੰਦੇ ਬੈਣ ਗੀਤ ਇਤਿਆਦਿਕ ਉਹ ਸੁਣ ਲਈ ਹਰ ਸਮੇਂ ਉਹ ਤਿਆਰ ਰਹਿੰਦੇ ਨੇ, ਪਰ ਜੇ ਆਖਦੇ ਕਿ ਭਾਈ ਬਾਣੀ ਸੁਣ ਲਵੋ, ਕਥਾ ਸੁਣ ਲਓ, ਕੀਰਤਨ ਸੁਣੋ, ਗੁਰੂ ਘਰ ਜਾਇਆ ਕਰੋ, ਕਹਿੰਦੇ ਸਾਡੇ ਕੋਲ ਸਮਾਂ ਹੀ ਨਹੀਂ ਹੈ। ਤੇ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਜੋ ਗੁਰਬਾਣੀ ਚਪੇੜਾ ਮਾਰਦੀ ਹੈ, ਇੱਕ ਹੁੰਦੀ ਆ ਹੱਥ ਨਾਲ ਚਪੇੜ ਮਾਰਨੀ, ਇੱਕ ਮਨ ਉੱਤੇ ਚਪੇੜ ਵੱਜਣੀ। ਜਦੋਂ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵੇਲੇ ਭਾਈ ਸਾਹਿਬ ਜੀ ਪੜ੍ਹਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਸਿੱਧੀਆਂ ਚਪੇੜਾਂ ਨੇ ਸਤਿਗੁਰ ਦੀਆਂ। ਫਿਰ ਭਾਈ ਸਾਹਿਬ ਜੀ ਕਹਿੰਦੇ ਨੇ ਨੇਤਰਾਂ ਦੀ ਗੱਲ, ਇਹ ਨੇਤਰ ਹੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਸਿੱਧੀਆਂ ਚਪੇੜਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਮਾਰਦੇ ਨੇ ਤੇ ਸਪੀਕਰ ਵਿੱਚੋਂ ਇਹ ਆਵਾਜ਼ ਆਉਂਦੀ ਹੈ, ਤੇ ਇਹ ਗੱਲਾਂ ਗੁਰੂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਲੋਕਾਂ ਨੂੰ। ਕਾਰਨ ਕੀ ਹੈ? ਗੁਰਬਾਣੀ ਸੱਚ ਹੈ ਤੇ ਆਪਾਂ ਝੂਠ ਵਿੱਚ ਜੀ ਰਹੇ ਹਾਂ। ਗੁਰਬਾਣੀ ਸੱਚ ਹੈ ਤੇ ਆਪਾਂ ਜੀ ਰਹੇ ਹਾਂ ਝੂਠ ਦੇ ਵਿੱਚ। ਇਸ ਕਰਕੇ ਸਾਨੂੰ ਸਤਿਗੁਰਾਂ ਦੀ ਬਾਣੀ, ਸਤ ਸੰਗਤ ਜਿਹੜੀ ਹੈ ਉਹ ਮਨਮੁਖ ਜੀਵਾਂ ਨੂੰ ਚੰਗੀ ਨਹੀਂ ਲੱਗਦੀ ਹੈ। ਕਿਸੇ ਦੀ ਚੁਗਲੀ ਸੁਣਨੀ ਹੋਵੇ, ਨਿੰਦਿਆ ਸੁਣਨੀ ਹੋਵੇ ਨਾ, ਤੇ ਚਾਹੇ ਸਾਰੀ ਰਾਤ ਸੁਣਦਾ ਨੀਂਦ ਨਹੀਂ ਆਵੇਗੀ, ਪਰ ਜਦੋਂ ਗੁਰਬਾਣੀ ਪੜ੍ਹਨ ਦੀ ਵਾਰੀ ਆਣੀ, ਜੇ ਗੁਰਬਾਣੀ ਸੁਣਨ ਦੀ ਵਾਰੀ ਆਉਂਦੀ ਹੈ ਨਾ, ਫਿਰ ਆਲਸ ਆ ਜਾਂਦਾ ਸਰੀਰ ਉੱਤੇ, ਕਿਉਂਕਿ ਗੁਰਬਾਣੀ ਸੱਚ ਹੈ ਤੇ ਸਾਡੇ ਅੰਦਰ ਝੂਠ ਫੈਲਿਆ ਹੋਇਆ, ਝੂਠ ਭਰਿਆ ਹੋਇਆ, ਜਿਸ ਕਰਕੇ ਆਪਾਂ ਉਹਨੂੰ ਸਹਿਣ ਨਹੀਂ ਕਰ ਸਕਦੇ। ਫਿਰ ਪਾਤਸ਼ਾਹ ਵੀ ਕਹਿੰਦੇ ਨੇ, ਕਹਿੰਦੇ ਏ ਸਰਬਣੋ ਮੇਰਿਓ, ਸਾਚੈ ਸੁਨਣੈ ਨੋ ਪਠਾਏ, ਸਾਚੈ ਸੁਨਣੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਬਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਨਣੈ ਨੋ ਪਠਾਏ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਤਾ ਪ੍ਰਤੀ ਗੁਰੂ ਘਰਾਂ ਵਿੱਚ ਨਿਤ ਦਾ ਨਿਯਮ ਹੁੰਦਾ ਹੈ। ਨਿਤ ਦੇ ਨਿਯਮ ਦੇ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ, ਆਨੰਦ ਸਾਹਿਬ ਦੀ ਪਾਵਨ ਬਾਣੀ। ਤੇ ਪਾਤਸ਼ਾਹ ਜੀ ਕੱਲੀ ਕੱਲੀ ਪੰਕਤੀ 'ਚ ਸਾਡੇ ਮੁੱਖ ਉੱਤੇ ਸ਼ਬਦ ਰਾਹੀਂ ਚਪੇੜਾ ਮਾਰ ਰਹੇ ਹਨ। ਜਿਹੜੇ ਇਹਨਾਂ ਚਪੇੜਾਂ ਨੂੰ ਝੱਲ ਜਾਂਦੇ ਨੇ, ਫਿਰ ਉਹਨਾਂ ਦਾ ਜੀਵਨ ਤਾਂ ਸਫਲਾ ਹੋ ਜਾਂਦਾ। ਨਹੀਂ, ਬਹੁਤ ਤਾਦਾਦ 'ਚ ਹਾਲਾਤ ਇਹੋ ਜਿਹੇ ਹਨ ਕਿ ਸਾਨੂੰ ਬਾਣੀ ਚੰਗੀ ਨਹੀਂ ਲੱਗਦੀ। ਬਾਣੀ ਸੁਣਨੀ, ਬਾਣੀ ਪੜ੍ਹਨੀ ਉਹ ਜੀਵ ਛੱਡ ਦਿੰਦੇ ਨੇ। ਤੇ ਸਤਿਗੁਰੂ ਕਹਿੰਦੇ ਇਹੋ ਜਿਹੇ ਜੀਵ ਅਭਾਗੇ ਹਨ, ਚੰਗੇ ਭਾਗ ਨਹੀਂ ਉਹਨਾਂ ਜੀਵਾਂ ਦੇ। ਰੋਹ ਵਿਚਾਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਸੰਤ ਸੰਗਤ
ਜਨ ਸੁਣੋ ਭਾਈ। हे ਭਾਈ, ਇਹ ਹਰੀ ਦੇ ਜਨ ਪਿਆਰਿਓ, ਕਹਿੰਦੇ ਜਿੱਥੇ ਹਰੀ ਦੀ ਸਤ ਸੰਗਤ ਹੁੰਦੀ ਆ ਨਾ, ਉੱਥੇ ਬੈਠ ਕੇ ਤੁਸੀਂ ਹਰੀ ਦੀ ਕਥਾ ਸੁਣੋ, ਹਰੀ ਦਾ ਜਸ ਸੁਣਨਾ ਕਰੋ। ਫਿਰ ਕਹਿੰਦੇ ਹਰੀ ਦਾ ਜਸ ਸੁਣਨਾ ਪ੍ਰਾਪਤ ਕੀ ਹੋਵੇਗਾ? ਕਹਿੰਦੇ ਗੁਰਮੁਖ ਹਰ ਸੇਵਾ ਸਫਲ ਬਣੇ। ਜਿੱਥੇ ਹਰੀ ਦਾ ਜਸ ਸੁਣਨਾ, ਉੱਥੇ ਗੁਰਮੁਖਾਂ ਦੀ ਸੇਵਾ ਕਰਨੀ ਹੈ, ਗੁਰਮੁਖ ਬਣਨਾ ਹੈ, ਰੱਬ ਦੇ ਪਿਆਰਿਆਂ ਦੀ ਟਹਿਲ ਸੇਵਾ ਕਰਨੀ ਹੈ। ਗੁਰਬਾਣੀ ਕਹਿੰਦੀ ਹੈ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ, ਦੋਨੋਂ ਸੇਵਾ ਪ੍ਰਵਾਨ ਹਨ। ਤੇ ਪਰ ਹੋਵੇ ਸਤ ਸੰਗੀ, ਜਿਹੜਾ ਜਿਹਦੀ ਸੰਗਤ ਆਪਾਂ ਕਰ ਰਹੇ ਹਾਂ, ਉਹ ਆਪ ਗੁਰੂ ਸਵਾਰਿਓ ਰੰਗਿਆ ਹੋਵੇ, ਆਪ ਬਾਣੀ ਪੜ੍ਹਦਾ ਹੋਵੇ। ਇਹ ਨਹੀਂ ਕਿ ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ ਨਾ, ਪੰਕਤੀਆਂ ਦਾ ਧਾਰਨੀ ਨਾ ਹੋਵੇ, ਫਿਰ ਨਹੀਂ ਗੱਲ ਬਣਨੀ ਹੈ। ਗੁਰਮੁਖਾਂ ਦੀ ਸੰਗਤ ਕਰਨੀ ਹੈ। ਵੈਸੇ ਤਾਂ ਜੇ ਆਪਾਂ ਦੇਖੀਏ ਨਾ, ਕੋਈ ਵੀ ਗੁਰਮੁਖ ਹੈ, ਸੰਤ ਮਹਾਂਪੁਰਖ ਹੈ, ਸਤਿਕਾਰ ਕਰੋ ਹਰ ਇੱਕ ਦਾ। ਪਰ ਆਪਾਂ ਇਹ ਦੇਖਣਾ ਕਿ ਇਹ ਮਹਾਂਪੁਰਖ ਕਿਵੇਂ ਬਣੇ, ਸੰਤ ਕਿਵੇਂ ਬਣੇ ਨੇ। ਬਾਣੀ ਪੜ੍ਹ ਕੇ ਬਣਿਆ ਨਾ, ਗੁਰੂ ਗ੍ਰੰਥ ਸਾਹਿਬ ਵਾਲੇ ਪਾਰ ਨੂੰ ਬਾਣੀ ਪੜ੍ਹੀ ਹੈ, ਬਾਣੀ ਨੂੰ ਵਿਚਾਰਿਆ, ਰਸ ਲੈ ਲੈ ਕੇ ਪੜ੍ਹਨਾ ਕੀਤਾ, ਜਿਸ ਕਰਕੇ ਉਹਨਾਂ ਨੂੰ ਫਿਰ ਦੁਨੀਆ ਦੇ ਲੋਕਾਂ ਨੇ ਨਾਮ ਦੇ ਦਿੱਤੇ। ਧਾਰਮਿਕ ਦੁਨੀਆ ਵਿੱਚ ਵਿਚਰਦੇ ਤੇ ਧਾਰਮਿਕ ਦੁਨੀਆ ਦੇ ਲੋਕਾਂ ਨੇ ਉਹ ਨਾਮ ਦੇਣਾ ਕੀਤੇ ਨੇ। ਜੇ ਉਹ ਗੁਰਮੁਖ ਬਣ ਸਕਦੇ ਨੇ ਤੇ ਆਪਾਂ ਵੀ ਫਿਰ ਬਣ ਸਕਦੇ ਹਾਂ। ਆਪਾਂ ਵੀ ਬਣ ਸਕਦੇ, ਤੇ ਆਪਾਂ ਨੂੰ ਬਣਨ ਲਈ ਕੀ ਕਰਨਾ ਪਵੇਗਾ? ਗੁਰੂ ਵਾਲੇ ਬਣਨਾ ਪਵੇਗਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਤੇ ਨਾਲ ਫਿਰ ਇਹ ਨਹੀਂ ਇਕੱਲਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਆਪਾਂ ਚੁੱਪ ਕਰਕੇ ਬੈਠ ਗਏ, ਨਹੀਂ। ਫਿਰ ਸਤਿਗੁਰ ਦੱਸੀ ਹੋਈ ਰਹਿਤ ਮਰਜ਼ਾਦਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਪਵੇਗਾ। ਫਿਰ ਗੁਰੂ ਸਾਹਿਬ ਨਾਲ ਬਾਣੀ ਪੜ੍ਹਨੀ ਪਵੇਗੀ। ਬਾਣੀ ਪੜ੍ਹਨ ਦੇ ਨਾਲ ਹੀ ਫਿਰ ਇਹ ਅਵਸਥਾ ਬਣੇਗੀ, ਫਿਰ ਉਹ ਬਣ ਜਾਵੇਗਾ ਜੀਵ ਗੁਰਮੁਖ, ਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲਾ। ਤੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਗੁਰਮੁਖ ਹਰੀ ਨੂੰ ਸੇਵਦਾ, ਚੇਤੇ ਕਰਦਾ, ਉਹਦੀ ਕੀਤੀ ਹੋਈ ਘਾਲ ਕਮਾਈ ਜਿਹੜੀ ਸਫਲ ਬਣ ਜਾਂਦੀ ਹੈ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਧਣੀ। ਹੇ ਸੱਚੇ ਧਣੀ ਮਾਲਕ ਪ੍ਰਭੂ ਜੀ, ਸਾਰਿਆਂ ਦੇ ਉੱਪਰ ਤੇਰਾ ਹੱਥ ਹੈ, ਤੇਰੀ ਕਿਰਪਾ ਹੈ। ਤੂੰ ਰਹਿੰਦਾ ਕਿੱਥੇ ਹੈ? ਤੂੰ ਜਲਾਂ ਵਿੱਚ, ਥਲਾਂ ਵਿੱਚ, ਮਹੀਅਲ ਧਰਤੀ ਔਰ ਆਕਾਸ਼ ਵਿੱਚ, ਇਹਨਾਂ ਸਾਰੀਆਂ ਥਾਵਾਂ 'ਤੇ ਮਾਲਕ ਪ੍ਰਭੂ ਜੀ ਆਪ ਜੀ ਦਾ ਵਾਸਾ ਹੈ। ਇਹ ਗੁਰੂ ਸਵਾਰੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਪਾਵਨ ਸ਼ਬਦ ਦੇ ਦੂਸਰੇ ਬੰਦ ਦੀ ਵਿਚਾਰ